हाँ जी बेटा, गुड मॉर्निंग। सो हुण बेटा अपने को थियरीज है। फर्स्ट थियरी है मार्जिनल प्रोडक्टिविटी थियरी ऑफ फैक्टर प्राइसिंग। मार्जिनल प्रोडक्टिविटी थियरी एक बोल्ड अटैम्प्ट है कि एक्सप्लेन करन दा डिटर्मिनेशन ऑफ द रिवार्ड्स ऑफ द वेरियस फैक्टर्स ऑफ प्रोडक्शन। इट इज़ अ वर्क ऑफ मैनी राइटर्स, ईच इंप्रूविंग, अमेंडिंग एंड मॉडिफाइंग द आइडियाज़ ऑफ द अदर। डेविड रिकार्डो ने सब तो पहले रेंट ऑफ लैंड की थियरी दी, दैन माउंटफोर्ड लॉन्गफील्ड ने 1830 ਦੇ ਵਿੱਚ ਇੰਟਰਸਟ ਵੇਜਸ ਦੀ ਦਿੱਤੀ, ਬਟ ਫਾਈਨਲੀ ਇਸ ਥਿਅਰੀ ਨੂੰ ਜੈਵਨਸ, ਵਿਕਸਟੀਡ, ਵਾਲਰਸ, ਕਲਾਕ ਇਹਨਾਂ ਨੇ ਐਕਸਪਲੇਨ ਕੀਤਾ। ਠੀਕ ਹੈ। ਸੋ ਮਾਰਜਨਲ ਪ੍ਰੋਡਕਟਿਵਿਟੀ, ਪਹਿਲਾਂ ਤਾਂ ਬੱਚੇ ਤੁਹਾਨੂੰ ਮਾਰਜਨਲ ਪ੍ਰੋਡਕਟਿਵਿਟੀ ਸ਼ਬਦ ਦੀ ਸਮਝ ਆਉਣੀ ਚਾਹੀਦੀ ਹੈ। ਪ੍ਰੋਡਕਟਿਵਿਟੀ ਹੁੰਦਾ ਹੈ ਪ੍ਰੋਡਕਸ਼ਨ, ਕੋਈ ਚੀਜ਼ ਕਿੰਨੀ ਪ੍ਰੋਡਕਸ਼ਨ ਕਰਦੀ ਹੈ। ਮਾਰਜਨਲ ਜਦੋਂ ਤੁਸੀਂ ਕੋਈ ਚੀਜ਼ ਪ੍ਰੋਡਿਊਸ ਕਰ ਰਹੇ ਹੋ, ਉਹਦੇ 'ਚ ਤੁਸੀਂ ਇੱਕ ਹੋਰ ਫੈਕਟਰ ਆਫ ਪ੍ਰੋਡਕਸ਼ਨ ਲੈ ਆਂਦਾ ਅਤੇ ਉਹਦੇ ਆਉਣ ਦੇ ਨਾਲ ਟੋਟਲ ਪ੍ਰੋਡਕਸ਼ਨ ਦੇ ਵਿੱਚ ਕੀ ਫਰਕ ਪਿਆ, that is called marginal productivity। ठीक है। so statement of the theory, JB Clark says कि static condition ਦੇ ਵਿੱਚ ਹਰ ਇੱਕ ਫੈਕਟਰ ਹੈ including entrepreneur, ਉਹਨੂੰ ਉਹਦੇ ਕੰਮ ਦੇ ਬਦਲੇ ਕੀ ਮਿਲੂਗਾ, ਰੈਮੂਨਰੇਸ਼ਨ ਮਿਲੂਗਾ, ਮਤਲਬ ਜਿੰਨਾ ਉਹ ਮਾਰਜਨਲ ਪ੍ਰੋਡਕਟ ਕੰਮ ਕਰੂਗਾ। ਠੀਕ ਹੈ। ਹੁਣ ਮੈਂ ਮੀਨਿੰਗਸ ਆਫ ਮਾਰਜਨਲ ਪ੍ਰੋਡਕਟਿਵਿਟੀ ਆਪਾਂ ਲਾਸਟ ਐਕਸਪਲੇਨ ਕਰਕੇ ਹਟੇ ਹਾਂ ਕਿ ਜਿਹੜੀ ਫੈਕਟਰਸ ਆਫ ਪ੍ਰੋਡਕਸ਼ਨ ਹੈ ਉਹਨਾਂ ਦੀ ਡਿਮਾਂਡ ਡਿਰਾਈਵਡ ਡਿਮਾਂਡ ਹੁੰਦੀ ਹੈ। ਇਟ ਇਜ਼ ਕ੍ਰੀਏਟਡ ਬਾਈ ਦੇ ਫਰਮਸ ਐਜ਼ ਪ੍ਰੋਡਿਊਸਰਸ। ਫੈਕਟਰਸ ਕਿਉਂ ਡਿਮਾਂਡ ਕੀਤੇ ਜਾਂਦੇ ਨੇ? ਕਿਉਂਕਿ ਪ੍ਰੋਡਕਸ਼ਨ ਦੇ ਵਿੱਚ ਉਹ ਹੈਲਪ ਆਊਟ ਕਰਦੇ ਨੇ। ਸੋ ਡਿਮਾਂਡ ਫॉर ਦੀ ਫੈਕਟਰਸ ਡਿਪੈਂਡ ਕਰਦੀ ਹੈ ਉਹਨਾਂ ਦੀ ਪ੍ਰੋਡਕਟਿਵਿਟੀ ਦੇ ਉੱਤੇ। ਜਿੰਨੀ ਪ੍ਰੋਡਕਟਿਵਿਟੀ ਜ਼ਿਆਦਾ ਹੋਊਗੀ ਉਨਾ ਹੀ ਪ੍ਰੋਡਕਟ ਦਾ ਪ੍ਰਾਈਸ ज़्यादा होगा। सो डिफरेंट कॉन्सैप्ट्स ने मार्जिनल प्रोडक्टिविटी दे। फर्स्ट है बेटा मार्जिनल फिजिकल प्रोडक्टिविटी। मार्जिनल फिजिकल प्रोडक्टिविटी मीन्स एडिशन मेड टू द टोटल फिजिकल प्रोडक्ट बाय एम्प्लॉइंग वन मोर यूनिट ऑफ अ फैक्टर जे क्वांटिटी ऑफ अदर फैक्टर्स सेम रहन। फॉर एग्जाम्पल 4 वर्कर्स ने 20 मीटर क्लोथ प्रोड्यूस करते हैं, ਜਦੋਂ 5ਵਾਂ ਵਰਕਰ ਆਉਂਦਾ ਹੈ ਤਾਂ 25 ਆ ਜਾਂਦੀ ਹੈ। ਇਹਦਾ ਮਤਲਬ 5ਵੇਂ ਵਰਕਰ ਦੀ ਮਾਰਜਨਲ ਪ੍ਰੋਡਕਟਿਵਿਟੀ ਕਿੰਨੀ ਹੈ? 5 ਮੀਟਰਸ। ਤਾਂ ਅਸੀਂ ਕੀ ਕਹਿ ਸਕਦੇ ਹਾਂ ਕਿ ਇੱਕ ਹੋਰ ਵਰਕਰ ਇੰਪਲੋਏ ਕਰਨ ਨਾਲ ਮੇਰੀ ਪ੍ਰੋਡਕਟਿਵਿਟੀ ਦੇ ਵਿੱਚ ਕਿੰਨਾ ਫਰਕ ਪਿਆ ਹੈ? 5 ਮੀਟਰਸ ਆਫ ਕਲੋਥ ਦਾ ਫਰਕ ਪਿਆ ਹੈ। ਨੈਕਸਟ ਹੈ ਰਾਜੇ ਮਾਰਜਨਲ ਵੈਲਿਊ ਪ੍ਰੋਡਕਟਿਵਿਟੀ। ਜਦੋਂ ਅਸੀਂ ਮਾਰਜਨਲ ਫਿਜ਼ੀਕਲ ਪ੍ਰੋਡਕਟ ਨੂੰ ਪ੍ਰਾਈਸ ਦੇ ਨਾਲ ਗੁਣਾ ਕਰ ਦਾਂਗੇ, ਮਤਲਬ ਜੇ ਉਹਨੇ 5 ਮੀਟਰ ਆਫ ਕਲੋਥ ਬਣਾਇਆ ਹੈ, ਕਲੋਥ ਦਾ ਪ੍ਰਾਈਸ ਕਿੰਨਾ ਹੈ? 10 ਰੁਪਏ। MPP 5 ਗੁਣਾ 10, 50 ਰੁਪਏ ਦਾ ਉਹਨੇ ਸਾਨੂੰ ਕੰਮ ਕਰਕੇ ਦਿੱਤਾ ਹੈ। ਠੀਕ ਹੈ। ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ ਦੇ ਵਿੱਚ ਅਸੀਂ ਕੀ ਕਰਾਂਗੇ? MPP ਨੂੰ MR ਦੇ ਨਾਲ ਮਲਟੀਪਲਾਈ ਕਰ ਦਾਂਗੇ। ਦੇਖੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ AR ਅਤੇ MR ਦੋਨੋਂ ਆਪਸ ਦੇ ਵਿੱਚ ਸੇਮ ਹੁੰਦੀਆਂ ਨੇ। ਸੋ ਅੰਡਰ ਪਰਫੈਕਟ ਕੰਪੀਟੀਸ਼ਨ marginal value productivity and marginal revenue productivity are one and the same thing, but in case of imperfect competition MR ਹਮੇਸ਼ਾ AR ਤੋਂ ਥੱਲੇ ਹੁੰਦੀ ਹੈ, ਇਸ ਕਰਕੇ MVP ਤੇ MR ਆਪਸ 'ਚ ਇਕੁਅਲ ਨਹੀਂ ਹੋਣਗੀਆਂ। ਐਵਰੇਜ ਰੈਵਨਿਊ ਪ੍ਰੋਡਕਟਿਵਿਟੀ ਹੁੰਦੀ ਹੈ ਬੇਟਾ ਇੱਕ ਫੈਕਟਰ ਆਫ ਪ੍ਰੋਡਕਸ਼ਨ ਨੇ ਸਾਨੂੰ ਕਿੰਨੇ ਦਾ ਪ੍ਰੋਡਕਟ ਬਣਾ ਕੇ ਦਿੱਤਾ ਹੈ। ARP ਕੀ ਹੁੰਦਾ ਹੈ? ਫੈਕਟਰ ਆਫ ਪ੍ਰੋਡਕਸ਼ਨ। ਜੇ ਅਸੀਂ ਟੋਟਲ TRP ਨੂੰ ਟੋਟਲ ਫੈਕਟਰ ਦੇ ਨਾਲ ਡਿਵਾਈਡ ਕਰ ਲਾਂਗੇ ਤਾਂ ਸਾਨੂੰ ਇੱਕ ਜਿਹੜਾ ਫੈਕਟਰ ਹੈ ਉਹਦੀ ਰੈਵਨਿਊ ਪ੍ਰੋਡਕਟਿਵਿਟੀ ਨਿਕਲ ਆਊਗੀ। ਰਾਈਟ। ਦੇਖੋ ਹੁਣ ARP ਅਤੇ MRP ਕਰਵਸ ਬੱਚੇ ਜੇ ਤੁਹਾਨੂੰ ਕਿਤੇ ਯਾਦ ਹੋਵੇ ਤਾਂ ਜਿਹੜੀਆਂ ਇੰਪਰਫੈਕਟ ਕੰਪੀਟੀਸ਼ਨ ਹੁੰਦਾ ਹੈ ਉਦੋਂ ARP ਅਤੇ MRP ਤੁਹਾਡੀਆਂ ਜਿਹੜੀਆਂ ਨੇ ਇਹ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਠੀਕ ਹੈ। ਸੋ ਇੱਥੇ ਰਿਲੇਸ਼ਨਸ਼ਿਪ ਹੈ ਜਿਹੜਾ ਇਹ ਬਿਟਵੀਨ AC ਐਂਡ MC ਵਾਂਗੂ ਸ਼ੋ ਕੀਤਾ ਗਿਆ ਹੈ। ਓਨਲੀ ਡਿਫਰੈਂਸ ਹੈ ਕਿ MC ਅਤੇ AC U ਸ਼ੇਪਡ ਹੁੰਦੀਆਂ ਨੇ, ARP ਅਤੇ MRP ਰਿਵਰਸ U ਹੁੰਦੀਆਂ ਨੇ। ਠੀਕ ਹੈ। ARP ਪਹਿਲਾਂ ਜਿਹੜੀ ਤੁਹਾਡੀ MRP ਦੀ ਕਰਵ ਹੈ ਉਹ ਪਹਿਲਾਂ ARP ਤੋਂ ਉੱਪਰ ਹੋਊਗੀ, ਫਿਰ ਆਪਸ ਦੋਨੋਂ ਬਰਾਬਰ ਹੋ ਜਾਣਗੀਆਂ, ਉਸ ਤੋਂ ਬਾਅਦ MRP ਦੀ ਕਰਵ ਨੀਚੇ ਚਲੀ ਜਾਊਗੀ। ਠੀਕ ਹੈ। ਇਹ ਕਿਸ ਕਰਕੇ ਅਪਲਾਈ ਹੋ ਰਿਹਾ? ਸਾਰਾ ਲਾਅ ਆਫ ਵੇਰੀਏਬਲ ਪ੍ਰਪੋਰਸ਼ਨਸ ਕਰਕੇ। ਫਸਟ ਈਅਰ ਦੇ ਵਿੱਚ ਤੁਸੀਂ ਲਾਅ ਵੇਰੀਏਬਲ ਪ੍ਰਪੋਰਸ਼ਨ ਕੀਤਾ ਹੋਣਾ ਹੈ। ਸੋ ਅਬਵ ਡਾਇਗਰਾਮ ਕੀ ਸ਼ੋ ਕਰ ਰਹੀ ਹੈ ਕਿ ARP ਐਂਡ MRP ਪਹਿਲਾਂ ਰਾਈਜ਼ ਕਰਦੀਆਂ ਨੇ, MRP ARP ਤੋਂ ਉੱਪਰ ਹੁੰਦੀਆਂ ਨੇ, ਪੁਆਇੰਟ ਦੇ ਉੱਤੇ ਆ ਕੇ ਉਹ ਇਕੁਅਲ ਹੋ ਜਾਂਦੀਆਂ ਨੇ। ਉਸ ਪੁਆਇੰਟ ਤੋਂ ਬਾਅਦ ਕੀ ਹੁੰਦਾ ਹੈ? ਜਿਵੇਂ ਹੀ ਤੁਸੀਂ ਹੋਰ ਫੈਕਟਰਸ ਯੂਜ਼ ਕਰਦੇ ਹੋ ਜਿਹੜਾ ਲਾਅ ਵੇਰੀਏਬਲ ਪ੍ਰਪੋਰਸ਼ਨ ਲੱਗਦਾ ਹੈ, ਮਤਲਬ ਸਟ੍ਰੈਸ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸਟ੍ਰੈਸ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ MRP ARP ਤੋਂ ਨੀਚੇ ਚਲੀ ਜਾਂਦੀ ਹੈ। ਨਾਓ ਐਕਸਪਲੇਨੇਸ਼ਨ ਆਫ ਦੀ ਥਿਅਰੀ। ਫਸਟ ਹੈ ਰਿਵਾਰਡ ਆਫ ਈਚ ਫੈਕਟਰ ਯੂਨਿਟ ਇਜ਼ ਇਕੁਅਲ ਟੂ ਇਟਸ ਮਾਰਜਨਲ ਪ੍ਰੋਡਕਟਿਵਿਟੀ। ਕੋਈ ਜਿਹੜਾ ਫੈਕਟਰ ਆਫ ਪ੍ਰੋਡਕਸ਼ਨ ਹੈ ਜਿੰਨਾ ਬਣਾਉਂਦਾ ਹੈ
ਮਾਰਜਨਲ ਪ੍ਰੋਡਕਟਿਵਿਟੀ ਕਰਦਾ ਹੈ ਉਨਾ ਹੀ ਉਹਨੂੰ ਪ੍ਰਾਈਸ ਚਾਰਜ ਕੀਤਾ ਜਾਂਦਾ ਹੈ। ਸੋ ਜਿਹੜਾ ਪ੍ਰਾਈਸ ਹੈ ਫੈਕਟਰ ਆਫ ਪ੍ਰੋਡਕਸ਼ਨ ਹੈ ਜਿਹੜਾ ਉਹਨੂੰ ਕਿਸ ਦੇ ਬਦਲੇ ਮਿਲਦਾ ਹੈ ਜਿੰਨਾ ਉਹ ਕੰਮ ਕਰਦਾ ਹੈ। ਸੋ ਅ ਪ੍ਰੋਡਿਊਸਰ ਵਿਲ ਇੰਪਲਾਈ ਦ ਫੈਕਟਰਸ ਓਨਲੀ ਅਪ ਟੂ ਦ ਪੁਆਇੰਟ ਵੇਅਰ ਦੀ ਕਾਸਟ ਆਫ ਐਨ ਐਡੀਸ਼ਨਲ ਫੈਕਟਰ ਯੂਨਿਟ ਇਕੁਅਲਸ ਇਟਸ ਮਾਰਜਨਲ ਰੈਵਨਿਊ ਪ੍ਰੋਡਕਟਿਵਿਟੀ। ਮੀਨਸ ਦੇਖੋ ਕੋਈ ਵੀ ਬੇਵਕੂਫ ਨਹੀਂ ਹੁੰਦਾ ਕਿ ਜਿਹੜਾ ਹੈ ਕਿਸੇ ਫੈਕਟਰ ਆਫ ਪ੍ਰੋਡਕਸ਼ਨ ਨੂੰ ਇੰਗੇਜ ਕਰ ਲੇ, ਉਹਨੂੰ ਕੰਮ ਦੇ ਉੱਤੇ ਲਾ ਲੇ, ਪਰ ਉਹਨੂੰ ਉਹਦੀ ਪ੍ਰੋਡਕਟਿਵਿਟੀ ਤੋਂ ਵੱਧ ਕੀ ਦੇ ਦੇ, ਉਹ ਉਹਦਾ ਸ਼ੇਅਰ ਦੇ ਦੇ ਜਾਂ ਉਹਦਾ ਰਿਵਾਰਡ ਦੇ ਦੇ। ਤਾਂ ਇੱਕ ਫੈਕਟਰ ਆਫ ਪ੍ਰੋਡਕਸ਼ਨ ਨੂੰ ਉਨਾ ਹੀ ਰਿਵਾਰਡ ਮਿਲੂਗਾ ਜਿੰਨਾ ਕਿ ਉਹ ਕੰਮ ਕਰਕੇ ਤੁਹਾਨੂੰ ਦਊਗਾ। ਨੈਕਸਟ ਹੈ ਰਿਵਾਰਡ ਫॉर ਈਚ ਫੈਕਟਰ ਆਫ ਪ੍ਰੋਡਕਸ਼ਨ ਵਿਲ ਬੀ ਦ ਸੇਮ ਇਨ ਐਵਰੀ ਯੂਜ਼। ਜੇ ਤੁਸੀਂ ਅਨਦਰ ਇੰਪਲੀਕੇਸ਼ਨ ਹੈ ਕਿ ਹਰ ਇੱਕ ਫੈਕਟਰ ਆਫ ਪ੍ਰੋਡਕਸ਼ਨ ਦੀ ਇਕੁਅਲ ਯੂਜ਼ਸ ਦੇ ਵਿੱਚ ਇਕੁਅਲ ਪ੍ਰੋਡਕਟਿਵਿਟੀ ਹੋਊਗੀ। ਕਹਿੰਦਾ ਸਪੋਜ਼ ਇੱਕ ਵਰਕਰ ਦੀ ਪ੍ਰੋਡਕਟਿਵਿਟੀ ਇਜ਼ ਮੋਰ ਇਨ ਕਾਟਨ ਇੰਡਸਟਰੀ ਦੈਨ ਇਨ ਸ਼ੂਗਰ ਮਿਲ, ਦੈਨ ਹੀ ਵਿਲ ਸ਼ੋਰਲੀ ਸ਼ਿਫਟ ਟੂ ਦ cotton industry if he is at present employed in the latter. It is necessary ਕਿ theory is perfect mobility of factors ਦੇ ਉੱਤੇ based ਹੋਵੇ ਕਿ ਜੇ ਤੁਹਾਨੂੰ ਕਿਤੇ ਜ਼ਿਆਦਾ ਮਿਲ ਰਿਹਾ ਤਾਂ ਤੁਸੀਂ ਦੂਜੀ ਜਗ੍ਹਾ ਦੇ ਉੱਤੇ ਸ਼ਿਫਟ ਹੋ ਸਕੋ। ਠੀਕ ਹੈ। ਸਬਸਟੀਟਿਊਸ਼ਨ ਆਫ ਫੈਕਟਰ ਆਫ ਪ੍ਰੋਡਕਸ਼ਨ ਦੀ ਵੀ ਗੱਲ ਕਰਨੀ ਹੈ ਆਪਾਂ ਇਸ ਥਿਅਰੀ ਦੇ ਵਿੱਚ। ਨੀਚੇ ਬੇਟਾ ਜਿਹੜਾ ਤੁਹਾਨੂੰ ਇੱਕ ਇਕਲਿਬਰੀਅਮ ਦਿਖਾਇਆ ਹੈ ਦੈਟ ਐਮ ਆਰ ਪੀ ਆਫ ਫੈਕਟਰ ਏ ਅਪੋਨ ਪ੍ਰਾਈਸ ਆਫ ਫੈਕਟਰ ਏ ਸ਼ੁੱਡ ਬੀ ਇਕੁਅਲ ਟੂ ਐਮ ਆਰ ਪੀ ਆਫ ਫੈਕਟਰ ਬੀ ਅਪੋਨ ਪ੍ਰਾਈਸ ਆਫ ਫੈਕਟਰ ਬੀ। ਇਹ ਸਾਰੇ ਇਕੁਅਲ ਹੁੰਦੇ। ਇਹ ਇਕਲਿਬਰੀਅਮ ਦਾ ਮਤਲਬ ਇਕਲਿਬਰੀਅਮ ਇੰਪਲਾਇਮੈਂਟ ਆਫ ਫੈਕਟਰਸ ਦਾ ਮਤਲਬ ਕੀ ਬਣਦਾ ਹੈ ਕਿ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਉਹਨਾਂ ਦੀ ਮਾਰਜਨਲ ਪ੍ਰੋਡਕਟਿਵਿਟੀ ਅਤੇ ਉਹਨਾਂ ਦੀ ਪ੍ਰਾਈਸਿੰਗ ਦੇ ਬੇਸ ਦੇ ਉੱਤੇ ਹੀ ਉਹਨਾਂ ਨੂੰ ਪੇ ਆਊਟ ਕੀਤਾ ਜਾਊਗਾ। ਨੈਕਸਟ ਹੈ ਇਨ ਦ ਲੌਂਗ ਰਨ ਅੰਡਰ ਪਰਫੈਕਟ ਕੰਪੀਟੀਸ਼ਨ ਹਰੇਕ ਵਰਕਰ ਹੈ ਉਹਨੂੰ ਰੈਮੂਨਰੇਸ਼ਨ ਉਹਦੀ ਐਮ ਆਰ ਪੀ ਦੇ ਇਕੁਅਲ ਮਿਲੂਗਾ ਜਿਹੜੀ ਕਿ ਏ ਆਰ ਪੀ ਦੇ ਵੀ ਇਕੁਅਲ ਹੋ, ਕਿਉਂਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਏ ਆਰ ਪੀ ਅਤੇ ਐਮ ਆਰ ਪੀ ਆਪਸ 'ਚ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਨੇ। ਇਸ ਕਰਕੇ ਕੋਈ ਵੀ ਇੱਕ ਸਿੰਗਲ ਫਰਮ ਹੈ ਜਿਹੜੀ ਉਹ ਆਪਦੇ ਕਿਸੇ ਵੀ ਐਕਸ਼ਨ ਦੇ ਨਾਲ ਵੇਜ ਰੇਟ ਨੂੰ ਅਫੈਕਟ ਨਹੀਂ ਕਰ ਸਕਦੀ। ਵੇਜ ਰੇਟ ਕਿੱਥੇ ਡਿਟਰਮਿਨ ਹੋਊਗਾ? ਬਾਏ ਦ ਇੰਡਸਟਰੀ ਓਨਲੀ। ਠੀਕ ਹੈ। ਐਟ ਦਿਸ ਵੇਜ ਰੇਟ ਇੱਕ ਫਰਮ ਹੈ ਉਹ ਰਿਕੁਆਇਰਡ ਨੰਬਰ ਆਫ ਵਰਕਰਸ ਨੇ ਕਿੱਥੇ ਤੱਕ ਇੰਪਲਾਈ ਕਰ ਸਕਦੀ ਹੈ ਜਿੱਥੇ ਤੱਕ ਉਹਦੀ ਮਾਰਜਨਲ ਪ੍ਰੋਡਕਟਿਵਿਟੀ ਮੀਨਸ ਮਾਰਜਨਲ ਪ੍ਰੋਡਕਟਿਵਿਟੀ ਆਫ ਲੇਬਰ ਇਜ਼ ਇਕੁਅਲ ਟੂ ਐਵਰੇਜ ਵੇਜ ਐਂਡ ਦ ਮਾਰਜਨਲ ਵੇਜ। ਠੀਕ ਹੈ। ਹੁਣ ਜਿਵੇਂ ਦੇਖੋ ਬੇਟਾ ਡਾਇਗਰਾਮ ਦਿਖਾਈਏ ਆਪਾਂ, ਐਵਰੇਜ ਵੇਜ ਅਤੇ ਮਾਰਜਨਲ ਵੇਜ ਦੀ ਕਰਵ ਓ ਡਬਲਿਊ ਵੇਜ ਰੇਟ ਹੈ ਪੈਰਲਲ ਦਿਖਾਈਏ ਕਿਹਦੇ ਟੂਵਰਡਸ ਓ ਐਕਸ ਐਕਸਿਸ ਦੇ। ਠੀਕ ਹੈ। ਫਿਰ ਐਮ ਆਰ ਪੀ ਦੀ ਕਰਵ ਆ ਰਹੀ ਹੈ ਬੱਚੇ। ਠੀਕ ਹੈ। ਹੁਣ ਦੇਖੋ ਜੇ ਅਸੀਂ ON1 ਲੇਬਰਰਸ ਲਗਾ ਰਹੇ ਹਾਂ, ਉਹ ਲੇਬਰਰ ਧਿਆਨ ਨਾਲ ਡਾਇਗਰਾਮ ਨੂੰ ਸਮਝਣਾ ਹੈ ਬੇਟਾ। ਦੇਖੋ ਜੇ ਅਸੀਂ ON1 ਲੇਬਰਰ ਲਾਈਏ, ਵਰਕਰ ਕਿੰਨਾ ਪ੍ਰੋਡਿਊਸ ਕਰ ਰਿਹਾ ਹੈ? PN1। ਤੁਸੀਂ ਹੁਣ ਦੇ ਕਿੰਨਾ ਰਹੇ ਹੋ? E1N1। ਇਹਦਾ ਮਤਲਬ PE1 ਉਹ ਵੱਧ ਪ੍ਰੋਡਿਊਸ ਕਰ ਰਿਹਾ ਹੈ ਪਰ ਤੁਸੀਂ ਉਹਨੂੰ ਉਹ ਦੇ ਨਹੀਂ ਰਹੇ। ਉੱਥੇ ਕੀ ਕਰੂਗਾ ਫਿਰ? ਪ੍ਰੋਟੈਸਟ ਕਰੂਗਾ ਜਾਂ ਉਹ ਤੁਹਾਡਾ ਕੰਮ ਛੱਡ ਕੇ ਚਲਾ ਜਾਊਗਾ। ਸੋ ਇੱਥੇ ਤੁਸੀਂ ਕੀ ਕਰੋਗੇ? ਫਿਰ ਤੁਸੀਂ ਮੋਰ ਲੇਬਰਰਸ ਨੇ ਜਿਹੜੇ ਉਹ ਇੰਪਲਾਈ ਕਰੋਗੇ ਕਿਉਂਕਿ ਤੁਸੀਂ ਆਪਣੀ ਪ੍ਰੋਡਕਸ਼ਨ ਨੂੰ ਵਧਾ ਸਕਦੇ ਹੋ। ON ਲੇਬਰਰਸ ਇੰਪਲਾਈ ਕੀਤੇ। ਇੱਥੇ MRP AW ਅਤੇ MW ਆਪਸ 'ਚ ਇੱਕ ਦੂਜੇ ਦੇ ਬਰਾਬਰ ਨੇ। ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਹੋਰ ਵਰਕਰਸ ਵੀ ਵਧਾ ਲੈਂਦੇ ਹੋ, ON2 ਦੇ ਉੱਤੇ ਚਲੇ ਜਾਂਦੇ ਹੋ, ਤਾਂ ਇੱਕ ਵਰਕਰ ਕਿੰਨਾ ਪ੍ਰੋਡਿਊਸ ਕਰਕੇ ਦੇ ਰਿਹਾ ਹੈ? P1N2। ਪਰ ਤੁਹਾਨੂੰ ਵੇਜਿਸ ਕਿੰਨੀਆਂ ਦੇਣੀਆਂ ਪੈ ਰਹੀਆਂ ਨੇ? E2N2। ਇੱਥੇ ਪ੍ਰੋਡਿਊਸਰ ਨੂੰ ਲੋਸਿਸ ਹੋ ਰਹੇ ਨੇ E2 P1 ਦੇ ਇਕੁਅਲ। ਸੋ ਇੱਕ ਪ੍ਰੋਡਿਊਸਰ ਦੇ ਪ੍ਰੋਫਿਟਸ ਮੈਕਸਿਮਮ ਕਿੱਥੇ ਹੋਣਗੇ? ON ਲੇਬਰਰਸ ਦੇ ਉੱਤੇ, ਜਿੱਥੇ ਉਹ ਜਿੰਨੇ ਲੇਬਰਰ ਲਾ ਰਿਹਾ ਹੈ ਉਹਨਾਂ ਦੀ MRP ਅਤੇ ਉਹਨਾਂ ਦਾ ਐਵਰੇਜ ਵੇਜ ਆਪਸ 'ਚ ਇੱਕ ਦੂਜੇ ਦੇ ਬਰਾਬਰ ਨੇ। ਰਾਈਟ। ਨੈਕਸਟ ਡਾਇਗਰਾਮ ਤੁਹਾਨੂੰ ਸ਼ੋ ਕਰ ਰਹੀ ਹੈ। ਕਹਿੰਦੇ ਲੌਂਗ ਰਨ ਕੰਡੀਸ਼ਨ ਆਫ ਇਕਲਿਬਰੀਅਮ ਇੰਪਲਾਇਮੈਂਟ ਆਫ ਅ ਫੈਕਟਰ ਇਜ਼ ਦੈਟ MRP ARP ਅਤੇ ਵੇਜ ਰੇਟ ਆਪਸ 'ਚ ਇੱਕ ਦੂਜੇ ਦੇ ਬਰਾਬਰ ਹੋਣੇ ਚਾਹੀਦੇ ਨੇ। ਦਿਸ ਕੰਡੀਸ਼ਨ ਇਜ਼ ਸ਼ੋਨ ਇਨ ਦ ਅਰਲੀਅਰ ਡਾਇਗਰਾਮ, ਜਿੱਥੇ ਤੁਸੀਂ ਸ਼ਾਰਟ ਰਨ ਦੀ ਗੱਲ ਕੀਤੀ ਹੈ, ਜਿੱਥੇ ARP ਤੁਸੀਂ ਸ਼ੋ ਨਹੀਂ ਕੀਤੀ। ਹੁਣ ਅਸੀਂ ARP ਵੀ ਸ਼ੋ ਕਰਨੀ ਹੈ। ਇੱਥੇ ਅਸੀਂ ਫਰਮ ਅਤੇ ਇੰਡਸਟਰੀ ਦਾ ਇਕਲਿਬਰੀਅਮ ਇਕੱਠਿਆਂ ਸ਼ੋ ਕਰ ਰਹੇ ਹਾਂ। ਸਾਡੇ ਕੋਲ E ਪੁਆਇੰਟ ਇਕਲਿਬਰੀਅਮ ਦਾ ਹੈ ਜਿੱਥੇ ਮੇਰਾ AW MW ARP MRP ਆਪਸ 'ਚ ਬਰਾਬਰ ਨੇ ਅਤੇ ਮੈਂ ON ਲੇਬਰਰਸ ਲਗਾ ਰਹੀ ਹਾਂ ਅਤੇ ਨੋਰਮਲ ਪ੍ਰੋਫਿਟਸ ਅਰਨ ਕਰ ਰਹੀ ਹਾਂ। ਇਹ ਲੌਂਗ ਰਨ ਦੀ ਪੋਜੀਸ਼ਨ ਹੈ। ਸਪੋਜ਼ ਸ਼ਾਰਟ ਰਨ ਦੇ ਵਿੱਚ ਮੇਰਾ ਵੇਜ ਰੇਟ OW1 ਹੋਵੇ। ਹੁਣ ਜੇ ਮੇਰਾ ਵੇਜ ਰੇਟ OW1 ਹੋਊਗਾ, ਇੱਥੇ ਫਰਮ ਨੂੰ ਲੋਸਿਸ ਹੋਣਗੇ ਕਿਉਂਕਿ ਵੇਜ ਰੇਟ ਜਿਹੜਾ ਹੈ ਉਹ ਹੈਗਾ ਜੀ OW, ਪਰ ਤੁਸੀਂ ਉਹਨੂੰ ਉਹ ਤੁਹਾਨੂੰ ਪ੍ਰੋਡਿਊਸ ਕਿੰਨਾ ਕਰਕੇ ਦੇ ਰਿਹਾ ਹੈ?
ARP ਦੇ ਅਕੋਰਡਿੰਗਲੀ ਤੁਸੀਂ ਜਿਹੜਾ ਦੇਖੀਏ ਤਾਂ E1 ਦੇ ਪੁਆਇੰਟ ਦੇ ਉੱਤੇ ਹੈ, ਤੁਹਾਨੂੰ ਪ੍ਰੋਡਿਊਸ ਕਰਕੇ ਦੇ ਰਿਹਾ E1 N1, ਤੁਸੀਂ ਉਹਨੂੰ ਪੇ ਆਊਟ ਕਿੰਨਾ ਕਰ ਰਹੇ ਹੋ E1 N1, ਪਰ ਜੇ ਇੱਥੇ ਅਸੀਂ MRP ਦੀ ਗੱਲ ਕਰੀਏ MRP ਆ ਰਹੀ ਹੈ ਸਿਰਫ QN1, ਮਤਲਬ ਇੱਕ ਨਵਾਂ ਲੇਬਰਰ ਲਾ ਕੇ ਤੁਹਾਨੂੰ QN1 ਦੀ ਹੀ ਜਿਹੜੀ ਚੇਂਜ ਹੈ ਉਹ ਮਿਲ ਰਹੀ ਹੈ। ਸੋ ਇੱਥੇ ਕੀ ਹੋਊਗਾ, ਇਸ ਚੀਜ਼ ਨੂੰ ਕੁਝ ਕੁ ਫਰਮਸ ਇਸ ਲੋਸ ਨੂੰ ਬੀਅਰ ਨਹੀਂ ਕਰ ਸਕਣਗੀਆਂ, ਮਾਰਕੀਟ ਨੂੰ ਛੱਡ ਜਾਣਗੀਆਂ, ਤੇ ਫਿਰ ਕਿੱਥੇ ਜਾ ਕੇ ਤੁਹਾਡਾ ਇਕੁਇਲਿਬਰੀਅਮ ਮੇਨਟੇਨ ਹੋਊਗਾ ਐਟ ON। ਹੁਣ ਜੇ ਅਸੀਂ ਇਹ ਤਾਂ ON ਤੇ ਵਾਪਸ ਆ ਗਏ ਨਾ, ਹੁਣ ਜੇ ਅਸੀਂ ON2 ਦੀ ਗੱਲ ਕਰੀਏ, ON2 ਦੇ ਉੱਤੇ ਅਗਰ ਅਸੀਂ ਆਵਾਂਗੇ, ON2 ਦੇ ਉੱਤੇ ਸਿਚੁਏਸ਼ਨ ਕੀ ਹੋ ਰਹੀ ਹੈ, MRP ਕਿੰਨਾ ਆ ਰਿਹਾ E2N2, ਠੀਕ ਹੈ, ਐਵਰੇਜ ਵੇਜ ਤੁਸੀਂ ਕਿੰਨਾ ਦੇ ਰਹੇ ਹੋ RN2, ਇਹਦਾ ਮਤਲਬ RE2 ਘੱਟ ਪ੍ਰੋਡਕਸ਼ਨ ਹੋ ਰਹੀ ਹੈ, ਤੁਸੀਂ ਵੱਧ ਲੇਬਰ ਲਾ ਰਹੇ ਨੇ ਹੋ, ਇਹਦੇ ਨਾਲ ਸਟ੍ਰੈਸ ਹੈ ਜਿਹੜਾ ਉਹ ਇਨਕਰੀਜ਼ ਹੋ ਗਿਆ, ਠੀਕ ਹੈ, ਸਟ੍ਰੈਸ ਵਧੂਗਾ, ਫਿਰ ਫਰਮਸ ਕੀ ਕਰਨਗੀਆਂ, ਕੁਝ ਕੁ ਨਵੀਆਂ ਫਰਮਸ ਕੀ ਕਰਨਗੀਆਂ, ਮਾਰਕੀਟ ਨੂੰ ਛੱਡਣਗੀਆਂ, N2 ਲੇਬਰਰ ਘੱਟ ਇੰਪਲੋਏ ਹੋਣਗੇ, ਅਤੇ ਦੁਬਾਰਾ ਇਕੁਇਲਿਬਰੀਅਮ ਬੇਟਾ ਕਿੱਥੇ ਸਟੈਬਲਿਸ਼ ਹੋਊਗਾ ਐਟ ON, ਜਿੱਥੇ ARP MRP AW MW ਆਪਸ 'ਚ ਇੱਕ ਦੂਜੇ ਦੇ ਬਰਾਬਰ ਹੋਣਗੇ, ਠੀਕ ਹੈ। ਐਗਜ਼ਾਮਸ਼ਨ ਸੁਣ ਲਓ, ਥਿਊਰੀ ਅਸਿਊਮ ਕਰਦੀ ਹੈ ਪਰਫੈਕਟ ਕੰਪੀਟੀਸ਼ਨ ਹੈ ਦੋਨਾਂ ਮਾਰਕੀਟਸ ਦੇ ਵਿੱਚ, ਲੇਬਰ ਤੇ ਪ੍ਰੋਡਕਟ ਮਾਰਕੀਟ ਵਿੱਚ। ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਹੋਮੋਜੀਨੀਅਸ ਮੰਨਦੇ ਹੋ, ਜੇ ਸਾਰੇ ਫੈਕਟਰਸ ਆਇਡੈਂਟੀਕਲ ਨੇ ਤਾਂ ਉਹਨਾਂ ਨੂੰ ਪਰਫੈਕਟਲੀ ਸਬਸਟੀਟਿਊਟ ਕੀਤਾ ਜਾ ਸਕਦਾ ਹੈ। ਲੌਂਗ ਰਨ ਦੇ ਉੱਤੇ ਵੀ ਥਿਊਰੀ ਹੈ ਜਿਹੜੀ ਉਹ ਬੇਸਡ ਹੈ, ਅਤੇ ਕੀ ਕਹਿੰਦੀ ਹੈ ਕਿ ਫੈਕਟਰਸ ਪਰਫੈਕਟਲੀ ਮੋਬਾਈਲ ਨੇ, ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਉੱਤੇ ਸ਼ਿਫਟ ਹੋ ਜਾਂਦੇ ਨੇ। ਪਰਫੈਕਟ ਵਿਜ਼ੀਬਿਲਿਟੀ ਆਫ ਫੈਕਟਰਸ ਜਿਹੜੀ ਹੈ ਐਗਜ਼ਿਸਟ ਕਰਦੀ ਹੈ। ਫੈਕਟਰਸ ਦੀ ਸਪਲਾਈ ਇਲਾਸਟਿਕ ਹੈ, ਲਾਈਕ ਅਦਰ ਕਲਾਸੀਕਲ ਥਿਊਰੀ ਇਹ ਵੀ ਫੁੱਲ ਇੰਪਲੋਇਮੈਂਟ ਨੂੰ ਮੰਨਦੀ ਹੈ, ਅਤੇ ਇਹ ਥਿਊਰੀ ਸ਼ਾਰਟ ਰਨ ਅਤੇ ਲੌਂਗ ਰਨ ਦੋਨਾਂ ਦੇ ਵਿੱਚ ਹੀ ਕੰਮ ਕਰਦੀ ਹੈ। Your work is to do criticism. This you will do yourself up till conclusion. I will start with the modern theory tomorrow. Till then, goodbye beta. Have a nice time.